ਡਿੰਬੋ ਸਟਬਨ ਬੇਬੀ ਹਾਥੀ। ਦੂਰ ਦੇਸ਼ ਵਿੱਚ ਇੱਕ ਜੰਗਲ ਵਿੱਚ ਡਿੰਬੋ ਨਾਂ ਦਾ ਇੱਕ ਹਾਥੀ ਦਾ ਬੱਚਾ ਰਹਿੰਦਾ ਸੀ ਆਪਣੇ ਮਾਂ-ਪਿਓ ਦੇ ਨਾਲ। ਉਹ ਜੰਗਲ ਦੇ ਜੀਵਨ ਤੋਂ ਉੱਬ ਚੁੱਕਿਆ ਸੀ ਤੇ ਕਿਧਰੇ ਦੂਰ ਜਾਣਾ ਚਾਹੁੰਦਾ ਸੀ ਅਤੇ ਨਵੀਆਂ ਥਾਵਾਂ ਦਾ ਪਤਾ ਲਾਉਣਾ ਚਾਹੁੰਦਾ ਸੀ। ਉਹ ਜੰਗਲ ਵਿੱਚ ਸਾਰੀਆਂ ਥਾਵਾਂ ਤੇ ਜਾਣਾ ਚਾਹੁੰਦਾ ਸੀ ਤੇ ਨਵੇਂ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ, ਕਿਉਂਕਿ ਉਸ ਦਾ ਦੋਸਤ ਨਿੱਕਾ ਚੂਹਾ ਉਸ ਨੂੰ ਦੱਸਦਾ ਰਹਿੰਦਾ ਸੀ ਕਿ ਦੁਨੀਆ ਬਹੁਤ ਵੱਡੀ ਹੈ ਤੇ ਅਜਿਹੀਆਂ ਬਹੁਤ ਥਾਵਾਂ ਹਨ ਜੋ ਅਸੀਂ ਵੇਖੀਆਂ ਨਹੀਂ ਹਨ। ਇਸ ਲਈ ਡਿੰਬੋ ਨੇ ਆਪਣਾ ਮਨ ਬਣਾ ਲਿਆ ਇੱਕ ਲੰਮੇ ਸਫ਼ਰ ਤੇ ਜਾਣ ਦਾ ਅਤੇ ਨਵੀਆਂ ਥਾਵਾਂ ਨੂੰ ਲੱਭਣ ਦਾ। ਇੱਕ ਦਿਨ ਉਹ ਆਪਣੇ ਮਾਪਿਓ ਦੇ ਕੋਲ ਗਿਆ ਤੇ ਇਸ ਬਾਰੇ ਗੱਲ ਕੀਤੀ। ਮੈਂ ਇੱਕ ਹੀ ਜੰਗਲ ਵਿੱਚ ਰਹਿ ਕੇ ਉੱਬ ਗਿਆ। ਮੈਂ ਜਾਣਾ ਹੈ ਤੇ ਨਵੀਆਂ ਥਾਵਾਂ ਵੇਖਣੀਆਂ ਨੇ। ਮੇਰੇ ਬੱਚੇ, ਇਹ ਸਾਡਾ ਘਰ ਹੈ ਤੇ ਇਸ ਤੋਂ ਇਲਾਵਾ ਸਾਨੂੰ ਨਹੀਂ ਪਤਾ ਸਾਡੇ ਲਈ ਬਾਹਰ ਕੀ ਹੈ। ਜੰਗਲ ਦੇ ਬਾਹਰ ਇਨਸਾਨ ਬਹੁਤ ਖਤਰਨਾਕ ਹੋ ਸਕਦੇ ਹਨ। ਡਿੰਬੋ ਨੇ ਆਪਣੇ ਮਾਪਿਓ ਦੀ ਗੱਲ ਤਾਂ ਸੁਣੀ, ਪਰ ਅਸਲ ਵਿੱਚ ਉਸ ਗੱਲ ਤੇ ਧਿਆਨ ਨਹੀਂ ਦਿੱਤਾ ਜੋ ਕਿਹਾ ਜਾ ਰਿਹਾ ਸੀ। ਉਹਦਾ ਮਨ ਹਾਲੇ ਵੀ ਬਾਹਰ ਦੀ ਦੁਨੀਆ ਵੇਖਣ ਲਈ ਲਲਚਾ ਰਿਹਾ ਸੀ। ਉਸ ਰਾਤ ਜਦੋਂ ਸਾਰੇ ਸੌਂ ਗਏ ਤਾਂ ਉਹ ਘਰੋਂ ਬਾਹਰ ਨਿਕਲਿਆ ਤੇ ਜੰਗਲ ਦੇ ਆਖਰੀ ਸਿਰੇ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਹੁਣ ਬਹੁਤ ਹਨੇਰਾ ਹੋ ਗਿਆ ਸੀ। ਉਸ ਨੂੰ ਚੱਲਣ ਵਿੱਚ ਵੀ ਬਹੁਤ ਮੁਸ਼ਕਲ ਆ ਰਹੀ ਸੀ। ਉਸੇ ਵੇਲੇ ਉਸਨੇ ਮਹਿਸੂਸ ਕੀਤਾ ਕਿ ਉਸ ਦੇ ਵੱਲ ਕੁਝ ਆ ਰਿਹਾ ਹੈ। ਅਚਾਨਕ ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧ ਸਕਦਾ, ਉਸਨੇ ਆਪਣੇ ਆਪ ਨੂੰ ਇੱਕ ਜਾਲ ਵਿੱਚ ਫਸਿਆ ਹੋਇਆ ਪਾਇਆ। ਉਸਨੇ ਉੱਥੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਉਮੀਦ ਨਹੀਂ ਸੀ। ਥੋੜੀ ਦੇਰ ਬਾਅਦ ਉਸਨੂੰ ਕੁਝ ਆਵਾਜ਼ਾਂ ਸੁਣੀਆਂ। ਲੋਕੀ ਖੁਸ਼ ਹੋ ਰਹੇ ਸੀ, ਨੱਚ ਟੱਪ ਰਹੇ ਸੀ। ਉਸਨੂੰ ਫੜ ਲਿਆ। ਉਸਨੂੰ ਦੂਰ ਨਾ ਜਾਣ ਦਿਓ। ਇਸ ਤੋਂ ਪਹਿਲਾਂ ਕਿ ਉਹ ਸਮਝ ਸਕਦਾ ਕਿ ਹੋ ਕੀ ਰਿਹਾ, ਡਿੰਬੋ ਜ਼ਮੀਨ ਤੇ ਇੱਕ ਹਨੇਰੇ ਬਕਸੇ ਵਿੱਚ ਚਲਾ ਗਿਆ। ਬਾਕਸ ਦਾ ਢੱਕਣ ਬੰਦ ਹੋ ਗਿਆ ਅਤੇ ਬਾਕਸ ਅਚਾਨਕ ਚੱਲਣ ਲੱਗਾ। ਡਰੇ ਸਹਿਮੇ ਨਿੱਕੇ ਡਿੰਬੋ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਅਚਾਨਕ ਉਹਨੇ ਇੱਕ ਆਵਾਜ਼ ਸੁਣੀ, ਤਾਂ ਉਹਨਾਂ ਨੇ ਤੈਨੂੰ ਫੜ ਲਿਆ। ਜਦ ਉਹਨੇ ਆਵਾਜ਼ ਦੇ ਵੱਲ ਵੇਖਿਆ, ਉਹਨੇ ਮਹਿਸੂਸ ਕੀਤਾ ਕਿ ਉਹ ਜੰਗਲ ਦੇ ਬਾਂਦਰਾਂ ਵਿੱਚੋਂ ਇੱਕ ਹੈ। ਮੈਨੂੰ ਕਿਸ ਨੇ ਫੜਿਆ ਹੈ? ਇਨਸਾਨਾਂ ਨੇ। ਪਰ ਉਹਨਾਂ ਨੇ ਮੈਨੂੰ ਕਿਉਂ ਫੜਿਆ? ਮੈਂ ਉਹਨਾਂ ਦਾ ਕੀ ਵਿਗਾੜਿਆ ਸੀ? ਮੈਂ ਵੀ ਕੁਝ ਨਹੀਂ ਕੀਤਾ ਸੀ, ਪਰ ਉਹ ਸਾਡੇ ਨਾਲ ਕੁਝ ਕਰਨ ਦਾ ਸੋਚ ਰਹੇ ਨੇ। ਬਾਂਦਰ ਦੀ ਗੱਲ ਸਹੀ ਸੀ। ਜਿਨ੍ਹਾਂ ਲੋਕਾਂ ਨੇ ਬਾਂਦਰ ਤੇ ਡਿੰਬੋ ਨੂੰ ਫੜਿਆ ਸੀ, ਉਹ ਸ਼ਹਿਰ ਦੇ ਇੱਕ ਸਰਕਸ ਲਈ ਕੰਮ ਕਰਦੇ ਸੀ। ਉਹ ਉਹਨਾਂ ਜਾਨਵਰਾਂ ਨੂੰ ਲੈ ਜਾ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਸਰਕਸ ਦੇ ਸ਼ੋਅ ਵਿੱਚ ਇਸਤੇਮਾਲ ਕਰਨ ਦੇ ਲਈ ਫੜਿਆ ਸੀ। ਇੱਧਰ ਸਵੇਰੇ ਜਦੋਂ ਮੰਮਾ ਹਾਥੀ ਨੂੰ ਆਪਣਾ ਬੱਚਾ ਨਹੀਂ ਵੇਖਿਆ ਤਾਂ ਉਹ ਚਿੰਤਾ ਵਿੱਚ ਪੈ ਗਈ। ਉਹਨੇ ਆਪਣੇ ਦੂਜੇ ਬੱਚਿਆਂ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਡਿੰਬੋ ਨੂੰ ਵੇਖਿਆ, ਪਰ ਉਹਨਾਂ ਨੇ ਡਿੰਬੋ ਨੂੰ ਪਿਛਲੀ ਰਾਤ ਤੋਂ ਨਹੀਂ ਵੇਖਿਆ ਸੀ। ਮੰਮਾ ਹਾਥੀ ਚਿੰਤਾ ਵਿੱਚ ਭੱਜਦੇ ਹੋਏ ਡੈਡੀ ਹਾਥੀ ਕੋਲ ਪਹੁੰਚੀ। ਡਿੰਬੋ ਨਹੀਂ ਮਿਲ ਰਿਹਾ, ਪਤਾ ਨਹੀਂ ਉਹ ਕਿੱਧਰ ਗਿਆ। ਤਾਂ ਫਿਰ ਉਸਨੇ ਆਪਣੀ ਜ਼ਿੱਦ ਪੂਰੀ ਕੀਤੀ। ਇਸ ਤੋਂ ਪਹਿਲਾਂ ਉਸਨੂੰ ਕੁਝ ਹੋ ਜਾਵੇ, ਸਾਨੂੰ ਉਸਨੂੰ ਲੱਭਣਾ ਚਾਹੀਦਾ। ਉਸ ਦੇ ਪਰਿਵਾਰ ਨੂੰ ਡਿੰਬੋ ਦਾ ਦੋਸਤ ਚੂਹਾ ਮਿਲਿਆ। ਉਹਨਾਂ ਨੇ ਉਹਨੂੰ ਸਭ ਕੁਝ ਦੱਸਿਆ। ਸੁਣ ਕੇ ਚੂਹਾ ਉਦਾਸ ਹੋ ਗਿਆ। ਇਹ ਸਭ ਮੇਰੇ ਕਰਕੇ ਹੋਇਆ ਹੈ। ਮੈਂ ਹੀ ਉਸਨੂੰ ਕਿਹਾ ਸੀ ਕਿ ਜੰਗਲ ਤੋਂ ਬਾਹਰ ਇੱਕ ਦੁਨੀਆ ਹੈ। ਚਿੰਤਾ ਨਾ ਕਰੋ, ਅਸੀਂ ਉਸਨੂੰ ਲੱਭ ਲਵਾਂਗੇ। ਦਿਨ ਬੀਤਦੇ ਗਏ। ਡਿੰਬੋ ਨੂੰ ਇੱਕ ਜਗ੍ਹਾ ਤੇ ਰੱਖਿਆ ਗਿਆ ਸੀ ਜੋ ਸਰਕਸ ਦੇ ਤੰਬੂ ਦੇ ਨਾਲ ਹੀ ਬਾਰਬ ਵਾਇਰ ਨਾਲ ਘਿਰੀ ਹੋਈ ਸੀ। ਉਸ ਦੇ ਦੋਸਤ ਬਾਂਦਰ ਨੂੰ ਪਿੰਜਰੇ ਵਿੱਚ ਰੱਖਿਆ ਗਿਆ ਸੀ। ਸਰਕਸ ਦੇ ਲੋਕੀ ਇੱਕ ਹਫ਼ਤੇ ਬਾਅਦ ਹੋਣ ਵਾਲੇ ਸ਼ੋਅ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਡਿੰਬੋ ਇਹਨਾਂ ਲੋਕਾਂ ਨੂੰ ਵੇਖ ਰਿਹਾ ਸੀ ਹੈਰਾਨੀ ਨਾਲ, ਸਰਕਸ ਦੇ ਤੰਬੂ ਤੇ ਟਰੱਕ ਨੂੰ, ਕਿਉਂਕਿ ਉਹ ਪਹਿਲੀ ਵਾਰ ਇਹਨਾਂ ਚੀਜ਼ਾਂ ਨੂੰ ਵੇਖ ਰਿਹਾ ਸੀ। ਇਸ ਨੂੰ ਸਰਕਸ ਕਿਉਂ ਕਹਿੰਦੇ ਨੇ ਤੇ ਉਹਨਾਂ ਨੇ ਮੈਨੂੰ ਇੱਥੇ ਕਿਉਂ ਰੱਖਿਆ ਹੈ? ਜਦ ਡਿੰਬੋ ਇਸ ਬਾਰੇ ਸੋਚ ਰਿਹਾ ਸੀ, ਦੋ ਆਦਮੀ ਆਏ ਤੇ ਉਸ ਨੂੰ ਬਾਰਬ ਵਾਇਰ ਤੋਂ ਕੱਢ ਕੇ ਲੈ ਗਏ। ਜਦ ਉਸ ਨੂੰ ਸਰਕਸ ਵਿੱਚ ਲਿਆਂਦਾ ਗਿਆ ਤਾਂ ਡਿੰਬੋ ਉਹ ਨਜ਼ਾਰਾ ਦੇਖ ਕੇ ਡਰ ਗਿਆ। ਥੋੜੇ ਸਮੇਂ ਬਾਅਦ ਸਰਕਸ ਦਾ ਮਾਲਕ, ਜੋ ਇੱਕ ਐਨੀਮਲ ਟ੍ਰੇਨਰ ਵੀ ਸੀ, ਡਿੰਬੋ ਦੇ ਕੋਲ ਹੱਥ ਵਿੱਚ ਚਾਬੁਕ ਲੈ ਕੇ ਆਇਆ। ਤੂੰ ਬਿਲਕੁਲ ਉਵੇਂ ਕਰੇਗਾ ਜਿਵੇਂ ਮੈਂ ਤੈਨੂੰ ਕਰਕੇ ਵਿਖਾਵਾਂਗਾ। ਇਸ ਵਿੱਚ ਇੱਕ ਚੰਗੀ ਗੱਲ ਇਹ ਹੋਵੇਗੀ ਕਿ ਤੂੰ ਇਕੱਲਾ ਹੋਵੇਂਗਾ, ਜਾਂ ਫਿਰ ਤੈਨੂੰ ਤੇਰੀ ਸਜ਼ਾ ਪਸੰਦ ਨਹੀਂ ਆਵੇਗੀ। ਡਿੰਬੋ ਬਹੁਤ ਡਰ ਚੁੱਕਿਆ ਸੀ। ਉਸਨੇ ਉਹ ਨਕਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜੋ ਮਾਲਕ ਉਸਨੂੰ ਸਿਖਾ ਰਿਹਾ ਸੀ।
ਇੱਧਰ ਉਸ ਦਾ ਦੋਸਤ ਚੂਹਾ ਪੂਰੇ ਜੰਗਲ ਵਿੱਚ ਡਿੰਬੋ ਨੂੰ ਲੱਭ ਰਿਹਾ ਸੀ। ਉਸਨੇ ਹਰ ਜਾਨਵਰ ਤੋਂ ਡਿੰਬੋ ਦੇ ਬਾਰੇ ਪੁੱਛਿਆ, ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ। ਇੱਕ ਨਿੱਕੇ ਗੁਲਾਬੀ ਪੰਛੀ ਨੇ ਨਿਰਾਸ਼ ਚੂਹੇ ਨੂੰ ਇੱਧਰ-ਉੱਧਰ ਕੁਝ ਲੱਭਦਿਆਂ ਵੇਖਿਆ ਤਾਂ ਪੁੱਛਿਆ ਕਿ ਕੀ ਗੱਲ ਹੋ ਗਈ। ਮੈਂ ਆਪਣੇ ਦੋਸਤ ਡਿੰਬੋ ਨੂੰ ਲੱਭ ਰਿਹਾ। ਡਿੰਬੋ, ਤੁਹਾਡਾ ਮਤਲਬ ਉਹ ਸਿੱਧੀ ਹਾਥੀ ਬੱਚੇ ਨੂੰ? ਹਾਂ, ਮੈਨੂੰ ਲੱਗਦਾ ਹੈ ਉਹ ਜੰਗਲ ਛੱਡ ਕੇ ਸ਼ਹਿਰ ਚਲਾ ਗਿਆ ਹੈ। ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਮੈਂ ਨਿੱਕੀ ਬੱਚੀ ਹੁੰਦੀ ਸੀ, ਡਿੰਬੋ ਨੇ ਮੇਰੀ ਜਾਨ ਬਚਾਈ ਸੀ। ਅੱਜ ਜੇ ਉਹ ਮੁਸੀਬਤ ਵਿੱਚ ਹੈ ਤਾਂ ਮੈਂ ਜ਼ਰੂਰ ਉਸ ਦੀ ਮਦਦ ਕਰਾਂਗੀ। ਤੂੰ ਡਿੰਬੋ ਦੀ ਤਲਾਸ਼ ਵਿੱਚ ਸ਼ਹਿਰ ਵੱਲ ਉੱਡ ਸਕਦੀ ਹੈ। ਜੇ ਉਹ ਉੱਥੇ ਹੈ ਤਾਂ ਮੈਨੂੰ ਯਕੀਨ ਹੈ ਕਿ ਤੂੰ ਉਸ ਨੂੰ ਲੱਭ ਲਵੇਂਗੀ। ਜ਼ਰੂਰ, ਤੁਸੀਂ ਚਿੰਤਾ ਨਾ ਕਰੋ। ਛੋਟੀ ਗੁਲਾਬੀ ਚਿੜੀ ਨੇ ਉਸੇ ਵੇਲੇ ਸ਼ਹਿਰ ਵੱਲ ਨੂੰ ਉਡਾਰੀ ਭਰ ਲਈ। ਕੁਝ ਘੰਟੇ ਉੱਡਣ ਦੇ ਬਾਅਦ ਉਸਨੇ ਵੱਡੇ ਸਰਕਸ ਦਾ ਤੰਬੂ ਤੇ ਕੁਝ ਟਰੱਕ ਦੂਰੋਂ ਵੇਖੇ। ਉਹ ਉਹਨਾਂ ਦੇ ਉੱਪਰ ਉੱਡਣ ਲੱਗੀ ਤੇ ਉਸਨੇ ਕੀ ਵੇਖਿਆ? ਕੁਝ ਲੋਕ ਡਿੰਬੋ ਨੂੰ ਫੇਰ ਤੋਂ ਜਾਲੀ ਵਿੱਚ ਪਾ ਰਹੇ ਸੀ। ਉਹ ਫਟਾਫਟ ਡਿੰਬੋ ਕੋਲ ਪਹੁੰਚੀ। ਹੈਲੋ ਡਿੰਬੋ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੈਨੂੰ ਲੱਭ ਲਿਆ। ਤੇਰਾ ਪਰਿਵਾਰ ਤੇ ਸਾਰੇ ਦੋਸਤ ਕਿੰਨੀ ਚਿੰਤਾ ਵਿੱਚ ਨੇ। ਕੁਝ ਲੋਕਾਂ ਨੇ ਮੈਨੂੰ ਇੱਥੇ ਕੈਦ ਕਰ ਲਿਆ ਹੈ। ਅਗਲੇ ਹਫਤੇ ਉਹ ਮੈਨੂੰ ਸ਼ੋਅ ਵਿੱਚ ਇਸਤੇਮਾਲ ਕਰਨਗੇ। ਕੀ ਸੱਚੀ? ਤੂੰ ਚਿੰਤਾ ਨਾ ਕਰ, ਅਸੀਂ ਤੈਨੂੰ ਇੱਥੋਂ ਕੱਢ ਲਵਾਂਗੇ। ਹੁਣ ਮੈਂ ਪਹਿਲਾਂ ਜਾ ਕੇ ਤੇਰੇ ਪਰਿਵਾਰ ਨੂੰ ਤੇਰੀ ਹਾਲਤ ਦੀ ਜਾਣਕਾਰੀ ਦਿਆਂ। ਚਿੜੀ ਆਕਾਸ਼ 'ਚ ਉੱਡ ਗਈ ਅਤੇ ਜੰਗਲ ਵਿੱਚ ਚਲੀ ਗਈ। ਡਿੰਬੋ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਯਕੀਨ ਹੋ ਗਿਆ ਸੀ ਕਿ ਉਸ ਨੂੰ ਹੁਣ ਬਚਾ ਲਿਆ ਜਾਵੇਗਾ। ਛੋਟੀ ਚਿੜੀ ਡਿੰਬੋ ਦੇ ਪਰਿਵਾਰ ਕੋਲ ਗਈ ਅਤੇ ਉਹਨਾਂ ਨੂੰ ਡਿੰਬੋ ਦੇ ਬਾਰੇ ਸਭ ਕੁਝ ਦੱਸਿਆ। ਮੰਮਾ ਤੇ ਡੈਡੀ ਹਾਥੀ ਪਤਾ ਮਿਲ ਜਾਣ ਤੇ ਖੁਸ਼ ਸੀ। ਅਸੀਂ ਸਵੇਰੇ ਛੇਤੀ ਨਿਕਲ ਜਾਵਾਂਗੇ। ਅਸੀਂ ਆਪਣੇ ਬੱਚੇ ਨੂੰ ਇਨਸਾਨਾਂ ਤੋਂ ਵਾਪਸ ਲਿਆਵਾਂਗੇ। ਅਗਲੀ ਸਵੇਰੇ ਡਿੰਬੋ ਦਾ ਪਰਿਵਾਰ ਚੂਹਾ ਤੇ ਚਿੜੀ ਨੇ ਸ਼ਹਿਰ ਵੱਲ ਦਾ ਸਫ਼ਰ ਸ਼ੁਰੂ ਕਰ ਦਿੱਤਾ। ਹਾਥੀ ਤੇ ਚੂਹਾ ਚਿੜੀ ਦੀ ਤਰ੍ਹਾਂ ਤੇਜ਼ ਨਹੀਂ ਸੀ। ਉਹਨਾਂ ਦੇ ਲਈ ਇਹ ਸਫ਼ਰ ਸੱਚਮੁੱਚ ਲੰਮਾ ਸੀ। ਸਰਕਸ ਵਿੱਚ ਡਿੰਬੋ ਤੇ ਬਾਕੀ ਜਾਨਵਰ ਸ਼ੋਅ ਦੀ ਤਿਆਰੀ ਕਰ ਰਹੇ ਸਨ, ਜਦਕਿ ਜੰਗਲੀ ਬਾਂਦਰ ਜੋਕਰ ਦੇ ਨਾਲ ਮਸਤੀ ਕਰ ਰਿਹਾ ਸੀ। ਡਿੰਬੋ ਸਿਖਾਏ ਗਏ ਕਰਤੱਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਚੱਲ ਹੁਣ ਤੈਨੂੰ ਉੱਚੀ ਛਾਲ ਮਾਰਨੀ ਹੈ। ਸਰਕਸ ਦਾ ਮਾਲਕ ਉਸ ਨੂੰ ਅਜਿਹੀਆਂ ਚੀਜ਼ਾਂ ਕਰਨ ਨੂੰ ਕਹਿ ਰਿਹਾ ਸੀ ਜੋ ਇੱਕ ਹਾਥੀ ਦੇ ਲਈ ਬਹੁਤ ਔਖੀਆਂ ਸਨ। ਡਿੰਬੋ ਨੂੰ ਯਾਦ ਆਇਆ ਕਿ ਉਸ ਦੇ ਨਾਲ ਕੀ ਹੋਇਆ ਸੀ ਜਦ ਉਸਨੇ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਦੂਜੇ ਜਾਨਵਰ ਕਰਿਆ ਕਰਦੇ ਸੀ। ਮੈਨੂੰ ਉਮੀਦ ਹੈ ਕਿ ਮੈਨੂੰ ਬਚਾਉਣ ਲਈ ਮੇਰੇ ਮੰਮੀ ਡੈਡੀ ਛੇਤੀ ਇੱਥੇ ਆ ਜਾਣਗੇ। ਹੁਣ ਇੱਕ ਹੋਰ ਦਿਨ ਬੀਤ ਚੁੱਕਿਆ ਸੀ ਤੇ ਅੱਜ ਸ਼ੋਅ ਦਾ ਦਿਨ ਸੀ। ਸਰਕਸ ਦੀਆਂ ਲਾਈਟਾਂ ਚਮਕ ਰਹੀਆਂ ਸਨ ਅਤੇ ਬਹੁਤ ਸਾਰੇ ਲੋਕੀ ਤੰਬੂ ਵਿੱਚ ਆ ਰਹੇ ਸਨ। ਡਿੰਬੋ ਦਾ ਪਰਿਵਾਰ, ਚੂਹਾ ਅਤੇ ਛੋਟੀ ਗੁਲਾਬੀ ਚਿੜੀ ਸਰਕਸ ਦੇ ਤੰਬੂ ਕੋਲ ਪਹੁੰਚੇ। ਉਸ ਇਲਾਕੇ ਵਿੱਚ ਉਹਨਾਂ ਨੇ ਡਿੰਬੋ ਨੂੰ ਵਾਇਰ ਦੀ ਜਾਲੀ ਵਿੱਚ ਵੇਖਿਆ। ਉਹ ਉੱਥੇ ਹੈ। ਹਾਂ, ਪਰ ਅਸੀਂ ਉਸ ਨੂੰ ਕਿਵੇਂ ਬਚਾਵਾਂਗੇ? ਮੈਂ ਡਿੰਬੋ ਨਾਲ ਗੱਲ ਕਰਦਾ। ਮੈਂ ਵੀ ਆਂਦੀ ਹਾਂ। ਚੂਹਾ ਤੇ ਚਿੜੀ ਡਿੰਬੋ ਦੇ ਕੋਲ ਗਏ। ਚੂਹਾ ਜਾਲੀ ਵਿੱਚੋਂ ਦੀ ਵੜ ਕੇ ਡਿੰਬੋ ਦੇ ਕੋਲ ਗਿਆ। ਡਿੰਬੋ, ਇੱਧਰ ਵੇਖ। ਓ ਮਿੱਤਰਾ। ਇਸੇ ਦੌਰਾਨ ਛੋਟੀ ਗੁਲਾਬੀ ਚਿੜੀ ਨੂੰ ਲੋਹੇ ਦੇ ਦਰਵਾਜ਼ੇ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਦਰਵਾਜ਼ਾ ਬੰਦ ਹੈ। ਜਦੋਂ ਮੇਰੀ ਵਾਰੀ ਆਵੇਗੀ ਤਾਂ ਉਹ ਦਰਵਾਜ਼ਾ ਖੋਲਣਗੇ, ਉਦੋਂ ਅਸੀਂ ਭੱਜ ਸਕਦੇ ਹਾਂ। ਚੰਗਾ, ਅਸੀਂ ਕੀ ਯੋਜਨਾ ਤਿਆਰ ਕਰਦੇ ਹਾਂ, ਸਾਡਾ ਇੰਤਜ਼ਾਰ ਕਰੀ। ਇਸੇ ਦਰਮਿਆਨ ਸਰਕਸ ਦਾ ਸ਼ੋਅ ਵੀ ਚੱਲ ਰਿਹਾ ਸੀ। ਬਾਂਦਰ ਤੇ ਜੋਕਰ ਮਜ਼ਾਕੀਆ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਜੋ ਦਰਸ਼ਕ ਹੱਸਣ। ਜਦੋਂ ਉਹਨਾਂ ਨੇ ਆਪਣਾ ਸ਼ੋਅ ਖਤਮ ਕੀਤਾ ਤਾਂ ਸਰਕਸ ਦਾ ਮਾਲਕ ਸਟੇਜ ਤੇ ਪਿਆਰੇ ਆਇਆ। ਮਹਿਮਾਨੋ, ਹੁਣ ਸਾਡੇ ਨਾਲ ਸਾਡੇ ਜਾਦੂਗਰ ਹੋਣਗੇ। ਸਰਕਸ ਦਾ ਮਾਲਕ ਸਟੇਜ ਤੋਂ ਉਤਰਿਆ ਤੇ ਪਿੱਛੇ ਚਲਾ ਗਿਆ। ਉਹਨੇ ਆਪਣੇ ਆਦਮੀਆਂ ਨੂੰ ਹਾਥੀ ਨੂੰ ਲਿਆਉਣ ਲਈ ਕਿਹਾ। ਉਹਦੇ ਆਦਮੀ ਬਾਹਰ ਗਏ ਤੇ ਉਹਨਾਂ ਨੇ ਉਸ ਜਾਲੀ ਦਾ ਦਰਵਾਜ਼ਾ ਖੋਲ੍ਹਿਆ ਜਿੱਥੇ ਡਿੰਬੋ ਨੂੰ ਰੱਖਿਆ ਗਿਆ ਸੀ। ਉਸੇ ਵੇਲੇ ਉੱਥੇ ਜ਼ੋਰ ਦੀ ਆਵਾਜ਼ ਆਈ।
ਤੇ ਜਦੋਂ ਉਹਨਾਂ ਨੇ ਵੇਖਿਆ ਕਿ ਆਵਾਜ਼ ਕਿੱਥੋਂ ਆ ਰਹੀ ਹੈ ਤਾਂ ਵੇਖਿਆ ਕਿ 4 ਹਾਥੀ ਉਹਨਾਂ ਵੱਲ ਤੁਰੇ ਆ ਰਹੇ ਸੀ। ਉਹਨਾਂ ਨੇ ਸਭ ਕੁਝ ਉੱਥੇ ਹੀ ਛੱਡਿਆ ਤੇ ਭੱਜ ਨਿਕਲੇ। ਤੇ ਜਦੋਂ ਉਹ ਚਲੇ ਗਏ ਤਾਂ ਡਿੰਬੋ ਆਰਾਮ ਨਾਲ ਉੱਥੋਂ ਨਿਕਲ ਆਇਆ ਤੇ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਚਲੋ ਛੇਤੀ ਕਰੋ, ਸਾਨੂੰ ਇੱਥੋਂ ਦੂਰ ਜਾਣਾ ਹੋਵੇਗਾ। ਨਹੀਂ। ਡਿੰਬੋ ਦਾ ਜਵਾਬ ਸੁਣ ਕੇ ਸਾਰੇ ਹੈਰਾਨ ਰਹਿ ਗਏ। ਪਹਿਲਾਂ ਮੇਰੇ ਕੈਦੀ ਦੋਸਤਾਂ ਨੂੰ ਬਚਾਉਣਾ ਹੋਵੇਗਾ। ਚਲੋ ਉਹਨਾਂ ਦਾ ਧਿਆਨ ਭਟਕਾਉਂਦੇ ਹਾਂ ਤਾਂ ਕਿ ਚੂਹਾ ਤੇ ਚਿੜੀ ਉਹਨਾਂ ਦੇ ਪਿੰਜਰੇ ਖੋਲ ਸਕਣ। ਚਾਰੇ ਹਾਥੀਆਂ ਨੇ ਸਰਕਸ ਵਿੱਚ ਭੱਜਣਾ ਸ਼ੁਰੂ ਕਰ ਦਿੱਤਾ। ਡੈਡੀ ਹਾਥੀ ਟੈਂਟ ਦੇ ਅੰਦਰ ਵੜ ਗਏ। ਹਰ ਕੋਈ ਡਰ ਦੇ ਮਾਰੇ ਇੱਧਰ-ਉੱਧਰ ਭੱਜ ਰਿਹਾ ਸੀ ਤੇ ਇਸ ਸਭ ਦੇ ਵਿਚਕਾਰ ਚਿੜੀ ਪਿੰਜਰਿਆਂ ਦੇ ਤਾਲੇ ਖੋਲ ਰਹੀ ਸੀ। ਚੂਹਾ ਦਰਵਾਜ਼ੇ ਖੋਲ ਰਿਹਾ ਸੀ ਤਾਂ ਜੋ ਸਾਰੇ ਜਾਨਵਰ ਬਾਹਰ ਆ ਸਕਣ। ਉਹ ਸਾਰੇ ਜੰਗਲ ਵਿੱਚ ਭੱਜ ਗਏ। ਸਰਕਸ ਦਾ ਮਾਲਕ ਹੈਰਾਨ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਹੋ ਕੀ ਰਿਹਾ ਹੈ। ਉਹ ਬਹੁਤ ਗੁੱਸੇ ਵਿੱਚ ਸੀ। ਜਦੋਂ ਇੱਧਰ-ਉੱਧਰ ਭੱਜ ਰਿਹਾ ਸੀ ਤਾਂ ਪੂਰਾ ਤੰਬੂ ਉਹਦੇ ਉੱਤੇ ਡਿੱਗ ਪਿਆ। ਡਿੰਬੋ ਤੇ ਉਹਦੇ ਪਰਿਵਾਰ ਨੇ ਦੋਸਤਾਂ ਸਮੇਤ ਸਰਕਸ ਤੋਂ ਸੁਰੱਖਿਅਤ ਦੂਰੀ ਤੇ ਪਹੁੰਚ ਜਾਣ ਦੇ ਬਾਅਦ ਸੁੱਖ ਦਾ ਸਾਹ ਲਿਆ। ਉਹ ਬਹੁਤ ਥੱਕ ਗਏ ਸੀ ਪਰ ਨਾਲੇ ਬਹੁਤ ਖੁਸ਼ ਵੀ ਸੀ। ਉਸੇ ਵੇਲੇ ਬਾਂਦਰ ਉਹਨਾਂ ਦੇ ਕੋਲ ਆਇਆ। ਡਿੰਬੋ, ਮੈਂ ਤੁਹਾਡਾ ਉਹਨਾਂ ਸਾਰੇ ਜਾਨਵਰਾਂ ਵੱਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਤੁਸੀਂ ਸਰਕਸ ਤੋਂ ਬਚਾਇਆ। ਮੌਕਾ ਮਿਲਦੇ ਹੀ ਭੱਜਣ ਦੀ ਬਜਾਏ ਤੁਸੀਂ ਸਾਨੂੰ ਵੀ ਬਚਾਇਆ। ਮੇਰੇ ਵੀਰੇ, ਮੈਨੂੰ ਯਕੀਨ ਹੈ ਤੁਸੀਂ ਮੇਰੇ ਨਾਲ ਵੀ ਇਹੀ ਕੀਤਾ ਹੁੰਦਾ। ਜੰਗਲ ਵਿੱਚ ਰਹਿ ਕੇ ਮੈਂ ਦੋਸਤੀ ਕਰਨਾ ਤੇ ਇੱਕ ਦੂਜੇ ਦੀ ਮਦਦ ਕਰਨਾ ਸਿੱਖ ਗਿਆ। ਹਾਂ, ਸਾਨੂੰ ਹਮੇਸ਼ਾ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ, ਨਹੀਂ ਤਾਂ ਜੀਵਨ ਸਾਡੇ ਲਈ ਬਹੁਤ ਔਖਾ ਹੋ ਸਕਦਾ ਹੈ। ਚੰਗਾ ਡਿੰਬੋ, ਹੁਣ ਅਗਲੇ ਸਫ਼ਰ ਤੇ ਕਦੋਂ ਜਾ ਰਿਹਾ ਹੈ? ਅਗਲੀ ਵਾਰ ਜੇ ਤੂੰ ਜੰਗਲ ਛੱਡਣ ਬਾਰੇ ਸੋਚਿਆ ਤਾਂ ਪਹਿਲਾਂ ਸਾਨੂੰ ਜ਼ਰੂਰ ਦੱਸੀ। ਡੈਡੀ, ਮੰਮੀ, ਮੇਰੀ ਭੈਣ, ਮੇਰੇ ਭਰਾ, ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਮੇਰੀ ਵਜ੍ਹਾ ਨਾਲ ਤੁਹਾਨੂੰ ਪਰੇਸ਼ਾਨੀ ਹੋਈ। ਮੈਂ ਗੜਬੜ ਕੀਤੀ। ਚਿੰਤਾ ਨਾ ਕਰੋ, ਹੁਣ ਮੈਂ ਇਸ ਸੋਹਣੇ ਜੰਗਲ ਨੂੰ ਛੱਡ ਕੇ ਕਦੇ ਵੀ ਨਹੀਂ ਜਾਵਾਂਗਾ। ਤੇ ਫਿਰ ਉਹ ਸਾਰੇ ਆਪਣੇ ਸੋਹਣੇ ਜੰਗਲ ਵੱਲ ਤੁਰ ਪੈਂਦੇ ਹਨ। ਤੇ ਫਿਰ ਕਦੇ ਵੀ ਡਿੰਬੋ ਨੇ ਜੰਗਲ ਦੇ ਜੀਵਨ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ। ਇੱਕ ਦਿਨ ਇੱਕ ਜਵਾਨ ਕੁੜੀ ਬਡੂ, ਜੋ ਆਪਣੇ ਬੁੱਢੇ ਬਿਮਾਰ ਪਿਓ ਦੇ ਇਲਾਜ ਲਈ ਜੰਗਲ ਵਿੱਚ ਸਵਾਸਥਵਰਧਕ ਪੌਦਿਆਂ ਦੀ ਤਲਾਸ਼ ਵਿੱਚ ਪੇੜਾਂ ਤੋਂ ਅਲੱਗ-ਅਲੱਗ ਫਲ ਇਕੱਠਾ ਕਰਦੇ ਘੁੰਮ ਰਹੀ ਸੀ। ਇਹ ਇੱਕ ਬੈਂਗਨੀ ਪੱਤਾ ਹੈ। ਸ਼ਾਇਦ ਇਸ ਨਾਲ ਮੇਰੇ ਪਿਤਾ ਜੀ ਨੂੰ ਆਰਾਮ ਮਿਲ ਜਾਵੇ। ਜਦ ਬਡੂ ਫਲਾਂ ਤੇ ਪੌਦਿਆਂ ਨੂੰ ਆਪਣੇ ਥੈਲੇ ਵਿੱਚ ਇਕੱਠਾ ਕਰਦੇ ਹੋਏ ਚੱਲ ਰਹੀ ਸੀ ਤਾਂ ਉਸਨੇ ਆਪਣੇ ਸਾਹਮਣੇ ਇੱਕ ਬੁੱਢੀ ਜਨਾਨੀ ਨੂੰ ਹੌਲੀ-ਹੌਲੀ ਤੁਰਦੇ ਹੋਏ ਵੇਖਿਆ। ਬਡੂ ਤੁਰੰਤ ਜਾ ਕੇ ਉਸ ਦੀ ਮਦਦ ਕਰਨਾ ਚਾਹੁੰਦੀ ਸੀ। ਨਮਸਤੇ ਬੇਬੇ, ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦੀ ਹਾਂ? ਬੁੱਢੀ ਨੇ ਆਪਣੀ ਚੁੰਨੀ ਦਾ ਪੱਲਾ ਉੱਤੇ ਕਰਕੇ ਵੇਖਿਆ। ਧੰਨਵਾਦ ਕੁੜੀਏ, ਰਸਤੇ ਵਿੱਚ ਮੇਰੀ ਸੋਟੀ ਟੁੱਟ ਗਈ। ਮੈਂ ਬਹੁਤ ਹੌਲੀ-ਹੌਲੀ ਤੁਰਦੀ ਆਂ ਕਿ ਕਿਧਰੇ ਮੈਂ ਡਿੱਗ ਨਾ ਪਵਾਂ। ਬੱਡੂ ਨੇ ਚਾਰੇ ਪਾਸੇ ਵੇਖਿਆ ਤੇ ਉਸਦੇ ਮਗਰ ਪਥਰੀਲੇ ਇਲਾਕੇ ਵੱਲ ਤੁਰ ਪਈ। ਉਸਨੇ ਮੁਸ਼ਕਲ ਨਾਲ ਚੱਟਾਨ ਦੇ ਚਾਰੇ ਪਾਸੇ ਆਪਣਾ ਰਸਤਾ ਬਣਾਇਆ ਤੇ ਇੱਕ ਬਹੁਤ ਹੀ ਮਜ਼ਬੂਤ ਲੱਕੜ ਲੱਭੀ। ਉਸਨੇ ਫਟਾਫਟ ਇਸ ਲੱਕੜ ਨੂੰ ਨੁਕੀਲੇ ਪੱਥਰ ਦੇ ਕਿਨਾਰੇ ਤੇ ਸਿੱਧਾ ਕੀਤਾ ਤੇ ਉਸਨੂੰ ਚੱਲ ਕੇ ਫੜਨ ਵਾਲੀ ਸੋਟੀ ਬਣਾ ਦਿੱਤਾ। ਫਿਰ ਉਸਨੇ ਉਹਨੂੰ ਬੁੱਢੀ ਨੂੰ ਦੇ ਦਿੱਤਾ। ਐ ਲਓ, ਤੁਸੀਂ ਹੁਣ ਬਾਕੀ ਦਾ ਰਸਤਾ ਇਸ ਦੇ ਸਹਾਰੇ ਤੁਰ ਸਕਦੇ ਹੋ। ਤੂੰ ਮੇਰੇ ਲਈ ਇੰਨੀ ਮਿਹਨਤ ਨਾਲ ਇਹ ਕੰਮ ਕਰਕੇ ਮੇਰੇ ਦਿਲ ਨੂੰ ਛੂ ਲਿਆ ਹੈ ਕੁੜੀਏ। ਸ਼ੁਕਰੀਆ, ਪਰ ਤੂੰ ਇਹ ਕਿਉਂ ਕੀਤਾ, ਉਹ ਵੀ ਕਿਸੇ ਅਜਨਬੀ ਲਈ? ਮੇਰੇ ਪਿਤਾ ਜੀ ਬਹੁਤ ਬਿਮਾਰ ਨੇ, ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਬੁੱਢਾ ਜਾਂ ਬਿਮਾਰ ਹੈ, ਬਸ ਉਸ ਦੀ ਮਦਦ ਹੋਣੀ ਚਾਹੀਦੀ ਹੈ। ਬੁੱਢੀ ਬੱਡੂ ਦੇ ਜਵਾਬ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਈ ਤੇ ਉਸਨੇ ਉਸਨੂੰ ਛੋਟਾ ਜਿਹਾ ਜਾਦੂ ਦਾ ਡੱਬਾ ਵਿਖਾਇਆ ਜੋ ਉਸਦੇ ਹੱਥ ਵਿੱਚ ਸੀ। ਪਰ ਉਸੇ ਵੇਲੇ ਕੋਲੋਂ ਲੰਘਦੇ ਹੋਏ ਇੱਕ ਅਮੀਰ ਵਪਾਰੀ ਨੇ ਉਹਨਾਂ ਨੂੰ ਵੇਖ ਲਿਆ। ਉਹ ਪੇੜ ਦੇ ਪਿੱਛੇ ਲੁਕ ਕੇ ਬੁੱਢੀ ਜਨਾਨੀ ਤੇ ਉਸ ਕੁੜੀ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ। ਇਹ ਜਾਦੂ ਦਾ ਡੱਬਾ ਲੈ ਲੈ ਕੁੜੀਏ ਤੇ ਇਸ ਨੂੰ ਆਪਣੇ ਪਿਤਾ ਜੀ ਦੇ ਕੋਲ ਲੈ ਜਾ। ਤੈਨੂੰ ਹਮੇਸ਼ਾ ਇਸ ਤੋਂ ਇਲਾਜ ਵਾਲੇ ਪੋਸ਼ਕ ਤੱਤ ਮਿਲਣਗੇ। ਸ਼ੁਕਰੀਆ, ਪਰ ਤੁਹਾਨੂੰ ਵੀ ਤਾਂ ਇਸ ਦੀ ਲੋੜ ਹੈ। ਤੂੰ ਮੈਨੂੰ ਉਹ ਦੇ ਦਿੱਤਾ ਜਿਸ ਦੀ ਮੈਨੂੰ ਅਸਲ ਵਿੱਚ ਲੋੜ ਸੀ, ਮੇਰੀ ਤੁਰਨ ਵਾਲੀ ਛੜੀ। ਹੁਣ ਇਹ ਜਾਦੂ ਦਾ ਡੱਬਾ ਲੈ ਲੈ ਤੇ ਇਸ ਦੀ ਚੀਜ਼ਾਂ ਨੂੰ ਵੰਡੀ ਸਿਰਫ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਇਹ ਨਾ ਭੁੱਲੀ
ਨਹੀਂ ਤਾਂ ਜਾਦੂ ਦਾ ਡੱਬਾ ਬੇਕਾਰ ਹੈ। ਇੱਕ ਜਾਦੂ ਦਾ ਡਿੱਬਾ? ਜੇ ਮੈਂ ਇਸ ਜਾਦੂ ਦੇ ਡਿੱਬੇ ਨੂੰ ਵੇਚ ਦਿਆਂ ਤਾਂ ਮੈਂ ਬਹੁਤ ਅਮੀਰ ਹੋ ਜਾਵਾਂਗਾ। ਬੱਡੂ ਨੇ ਬੁੱਢੀ ਔਰਤ ਤੋਂ ਬਕਸਾ ਲੈ ਲਿਆ। ਜਦ ਉਸਨੇ ਉਸ ਨੂੰ ਖੋਲ੍ਹਿਆ ਤਾਂ ਉਸ ਨੂੰ ਇਸ ਵਿੱਚ ਪਾਣੀ, ਰੋਟੀ ਤੇ ਮੁੱਠੀ ਭਰ ਅਖਰੋਟ ਮਿਲੇ। ਹੁਣ ਬੁੱਢੀ ਜਨਾਨੀ ਹੌਲੀ-ਹੌਲੀ ਉਸ ਦੀ ਨਜ਼ਰਾਂ ਤੋਂ ਓਝਲ ਹੋ ਰਹੀ ਸੀ। ਜਦ ਬੱਡੂ ਘਰ ਜਾ ਰਹੀ ਸੀ, ਰਸਤੇ ਵਿੱਚ ਉਹ ਚਲਾਕ ਵਪਾਰੀ ਨੂੰ ਮਿਲੀ ਜੋ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਵਪਾਰੀ ਨੇ ਕਿਹਾ ਕਿ ਉਹ ਬੱਡੂ ਦੇ ਹੱਥ ਵਾਲਾ ਬਕਸਾ ਖਰੀਦਣਾ ਚਾਹੁੰਦਾ ਹੈ। ਮੈਂ ਤੁਹਾਨੂੰ ਬਦਲੇ ਵਿੱਚ ਬਹੁਤ ਸਾਰੇ ਪੈਸੇ ਦਿਆਂਗਾ ਤੇ ਪੈਸਿਆਂ ਦੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਨਹੀਂ, ਮੈਂ ਇਸ ਬਕਸੇ ਨੂੰ ਸਿਰਫ ਉਹਨਾਂ ਲੋਕਾਂ ਦੇ ਨਾਲ ਸਾਂਝਾ ਕਰਦੀ ਹਾਂ ਜਿਨ੍ਹਾਂ ਨੂੰ ਵਾਕਈ ਇਸ ਦੀ ਲੋੜ ਹੈ। ਤੁਹਾਡਾ ਦਿਨ ਵਧੀਆ ਗੁਜ਼ਰੇ। ਬੱਡੂ ਤੁਰਦੀ ਰਹੀ ਆਪਣੇ ਘਰ ਵੱਲ ਨੂੰ। ਕੁਝ ਸਮੇਂ ਬਾਅਦ ਉਸ ਨੂੰ ਆਪਣੇ ਸਾਹਮਣੇ ਇੱਕ ਬਹੁਤ ਭੁੱਖੀ ਬੱਕਰੀ ਨਜ਼ਰ ਆਈ। ਬੱਕਰੀ ਇੰਨੀ ਕਮਜ਼ੋਰ ਸੀ ਕਿ ਬੱਡੂ ਨੇ ਉਸ ਨੂੰ ਡੱਬੇ ਦੀਆਂ ਸਾਰੀਆਂ ਰੋਟੀਆਂ ਦੇ ਦਿੱਤੀਆਂ। ਇਹ ਤੇਰੇ ਲਈ ਪਿਆਰੀ ਬੱਕਰੀ। ਇਹ ਬਕਸਾ ਤਾਂ ਪਹਿਲਾਂ ਤੋਂ ਹੀ ਜਾਦੂਈ ਹੈ। ਇਹਦਾ ਸਮਾਨ ਕਦੇ ਖਤਮ ਨਹੀਂ ਹੁੰਦਾ। ਜਿੰਨਾ ਚਾਹੇ ਖਾ। ਬੱਕਰੀ ਨੇ ਸਾਰੀਆਂ ਰੋਟੀਆਂ ਖਾ ਲਈਆਂ ਕਿਉਂਕਿ ਉਹ ਬਹੁਤ ਦਿਨਾਂ ਤੋਂ ਭੁੱਖੀ ਸੀ। ਹੁਣ ਉਹ ਕੁੜੀ ਆਪਣੇ ਰਸਤੇ ਤੇ ਤੁਰਦੀ ਰਹੀ। ਇਸ ਵਾਰ ਉਸ ਦੇ ਸਾਹਮਣੇ ਇੱਕ ਸੁੱਕਾ ਕੋਕੋਵਾ ਦਾ ਪੇੜ ਨਜ਼ਰ ਆਇਆ। ਓਹ, ਤੈਨੂੰ ਕਿੰਨੇ ਇੰਨਾ ਪਿਆਸਾ ਰੱਖਿਆ ਹੈ ਕੋਕੋ ਦੇ ਪੇੜ। ਤੇਰੇ ਕੋਲ ਤਾਂ ਇੰਨੇ ਸੋਹਣੇ ਕੋਕੋ ਨੇ। ਲੋਕੀ ਇਹਨਾਂ ਤੋਂ ਸਵਾਦੀ ਚਾਕਲੇਟ ਬਣਾ ਸਕਦੇ ਨੇ। ਉਸ ਪੇੜ ਦੀਆਂ ਟਹਿਣੀਆਂ ਇੰਨੀਆਂ ਮੁਰਝਾ ਗਈਆਂ ਸੀ ਕਿ ਬੱਡੂ ਖੁਦ ਨੂੰ ਰੋਕ ਨਹੀਂ ਸਕੀ ਤੇ ਪੇੜ ਦੀ ਜੜ੍ਹਾਂ ਨੂੰ ਡੱਬੇ ਦੇ ਪਾਣੀ ਦੇ ਨਾਲ ਸਿੰਚਿਆ। ਪੇੜ ਨੇ ਤੁਰੰਤ ਸਾਰਾ ਪਾਣੀ ਸੋਖ ਲਿਆ। ਆਹ, ਛੇਤੀ ਬਹੁਤ ਸਾਰੇ ਕੋਕੋ ਤੇਰੀ ਸ਼ਾਖਾਵਾਂ ਤੇ ਖਿੜਨਗੇ। ਬੱਡੂ ਆਪਣੇ ਰਸਤੇ ਤੇ ਚੱਲਦੀ ਰਹੀ, ਪਰ ਕੁਝ ਸਮੇਂ ਦੇ ਬਾਅਦ ਉਹ ਰੁਕਣਾ ਤੇ ਆਰਾਮ ਕਰਨਾ ਚਾਹੁੰਦੀ ਸੀ ਕਿਉਂਕਿ ਹੁਣ ਉਹ ਬਹੁਤ ਥੱਕ ਗਈ ਸੀ। ਉਸੇ ਸਮੇਂ ਉਹੀ ਚਲਾਕ ਵਪਾਰੀ ਬੱਡੂ ਦੇ ਸਾਹਮਣੇ ਫੇਰ ਤੋਂ ਭੇਸ ਬਦਲ ਕੇ ਆ ਗਿਆ। ਨਮਸਤੇ, ਮੈਂ ਮਹਿਲ ਦਾ ਪਹਿਰੇਦਾਰ ਹਾਂ। ਜੇ ਤੁਸੀਂ ਥੱਕ ਗਏ ਹੋ ਤਾਂ ਮੈਂ ਤੁਹਾਨੂੰ ਆਪਣੇ ਘੋੜੇ ਤੇ ਲੈ ਕੇ ਜਾ ਸਕਦਾ ਹਾਂ। ਇਹ ਤੁਹਾਡੀ ਮਹਾਨਤਾ ਹੋਵੇਗੀ ਮਿਸਟਰ ਗਾਰਡੀਅਨ। ਮੈਂ ਥੋੜੀ ਥੱਕ ਗਈ ਹਾਂ ਤੇ ਨਾਲੇ ਭੁੱਖ ਵੀ ਲੱਗੀ ਹੈ। ਹੁਣੇ ਲਓ ਮੈਡਮ, ਪਰ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਤਾਂ ਤੁਹਾਨੂੰ ਮੈਨੂੰ ਇਹ ਡਿੱਬਾ ਦੇਣਾ ਪਏਗਾ। ਕੀ ਤੁਸੀਂ ਪਹਿਰੇਦਾਰ ਨਹੀਂ ਹੋ? ਤੁਸੀਂ ਉਹੀ ਵਪਾਰੀ ਹੋ ਨਾ? ਨਹੀਂ, ਬਿਲਕੁਲ ਨਹੀਂ। ਤੁਹਾਡਾ ਦਿਨ ਸ਼ੁਭ ਹੋਵੇ। ਬੱਡੂ ਜੰਗਲ ਵਿੱਚ ਤੁਰਦੀ ਰਹੀ ਤੇਜ਼ ਕਦਮਾਂ ਦੇ ਨਾਲ। ਉਹ ਬਕਸੇ ਤੋਂ ਮੁੱਠੀ ਭਰ ਅਖਰੋਟ ਖਾਣਾ ਚਾਹੁੰਦੀ ਸੀ ਕਿਉਂਕਿ ਹੁਣ ਉਹ ਬਹੁਤ ਭੁੱਖੀ ਸੀ। ਪਰ ਹੁਣ ਉਸ ਨੂੰ ਗਲੈਰੀਆਂ ਦਾ ਇੱਕ ਪਰਿਵਾਰ ਨਜ਼ਰ ਆਇਆ ਜਿਨ੍ਹਾਂ ਵਿੱਚੋਂ ਹਰ ਕੋਈ ਭੁੱਖ ਦੇ ਨਾਲ ਮਰ ਰਿਹਾ ਸੀ। ਮੈਂ ਥੋੜੀ ਦੇਰ ਹੋਰ ਭੁੱਖ ਸਹਿ ਸਕਦੀ ਹਾਂ, ਪਰ ਹੁਣ ਹੋਰ ਕੋਈ ਇਸ ਜੰਗਲ ਵਿੱਚ ਭੁੱਖਾ ਨਾ ਰਵੇ। ਉਂਝ ਵੀ ਮੇਰੇ ਕੋਲ ਜਾਦੂ ਦਾ ਡੱਬਾ ਹੈ। ਮੈਂ ਅਖਰੋਟ ਬਾਅਦ ਵਿੱਚ ਖਾ ਲਵਾਂਗੀ। ਬੱਡੂ ਨੇ ਗਲੈਰੀ ਪਰਿਵਾਰ ਨੂੰ ਡੱਬੇ ਦੇ ਅਖਰੋਟ ਦੇ ਦਿੱਤੇ ਤੇ ਫਿਰ ਉਹ ਕੁੜੀ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਖੀਰ ਵਿੱਚ ਆਪਣੇ ਘਰ ਪਹੁੰਚ ਗਈ। ਉਹ ਆਪਣੇ ਬਿਮਾਰ ਪਿਓ ਦੇ ਕੋਲ ਆਈ ਤੇ ਉਹਨਾਂ ਨੂੰ ਜਾਦੂ ਦਾ ਡੱਬਾ ਵਿਖਾਇਆ। ਪਿਤਾ ਜੀ, ਰਸਤੇ ਵਿੱਚ ਮੇਰੀ ਮੁਲਾਕਾਤ ਇੱਕ ਬੜੀ ਸਿਆਣੀ ਬੁੱਢੀ ਨਾਲ ਹੋਈ। ਉਹਨੇ ਮੈਨੂੰ ਇਹ ਜਾਦੂ ਦਾ ਬਕਸਾ ਦਿੱਤਾ ਹੈ। ਇਸ ਵਿੱਚ ਪੋਸ਼ਕ ਤੱਤਾਂ ਵਾਲਾ ਭੋਜਨ ਹੈ ਜੋ ਤੁਹਾਡੀ ਸਿਹਤ ਨੂੰ ਚੰਗਾ ਕਰੇਗਾ। ਬੱਡੂ ਨੇ ਡੱਬਾ ਖੋਲ੍ਹਿਆ, ਪਰ ਸੋਚੋ ਉਸਨੇ ਕੀ ਵੇਖਿਆ। ਡੱਬਾ ਖਾਲੀ ਸੀ। ਪਰ ਕਿਵੇਂ? ਕੀ ਇਹ ਬਕਸਾ ਜਾਦੂਈ ਨਹੀਂ ਸੀ? ਇਹ ਅੰਦਰੋਂ ਖਾਲੀ ਹੈ। ਪਰ ਮੈਂ ਤੇ ਚੀਜ਼ਾਂ ਉਹਨਾਂ ਨਾਲ ਹੀ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਇਸ ਦੀ ਲੋੜ ਸੀ। ਬੱਡੂ ਬਹੁਤ ਪਰੇਸ਼ਾਨ ਸੀ ਕਿ ਉਹ ਆਪਣੇ ਪਿਤਾ ਜੀ ਦੀ ਮਦਦ ਨਹੀਂ ਕਰ ਸਕਦੀ। ਪਰ ਉਸੇ ਵੇਲੇ ਕਿਸੇ ਨੇ ਬੂਹਾ ਖੜਕਾਇਆ। ਜਦ ਬੱਡੂ ਨੇ ਬੂਹਾ ਖੋਲ੍ਹਿਆ ਤਾਂ ਉਸਨੇ ਬੁੱਢੀ ਔਰਤ, ਬੱਕਰੀ ਤੇ ਗਿਲਹਰੀਆਂ ਨੂੰ ਵੇਖਿਆ। ਪਰ ਤੁਸੀਂ ਤਾਂ... ਹਾਂ ਪਿਆਰੀ ਧੀਏ, ਜਿਵੇਂ ਕਿ ਮੈਂ ਤੈਨੂੰ ਕਿਹਾ ਸੀ, ਤੂੰ ਜਾਦੂ ਦਾ ਡੱਬਾ ਸਿਰਫ ਉਹਨਾਂ ਲੋਕਾਂ ਨਾਲ ਸਾਂਝਾ ਕਰੀ ਜਿਨ੍ਹਾਂ ਨੂੰ ਲੋੜ ਹੈ। ਹੁਣ ਇਹ ਸਾਰਾ ਕੁਝ ਤੇਰੇ ਲਈ ਹੈ। ਤੂੰ ਇਸ ਬੱਕਰੀ ਦੇ ਦੁੱਧ ਦਾ, ਕੋਕੋ ਦੇ ਪੇੜ ਦੇ ਫਲਾਂ ਦਾ ਤੇ ਗਿਲਹਰੀ ਦੇ ਲਿਆਏ ਹੇਜ਼ਲਨਟਸ ਦਾ ਫਾਇਦਾ ਲੈ ਸਕਦੀ ਹੈ। ਬੱਡੂ ਨੇ ਕੋਕੋ ਦੇ ਫਲ, ਬੱਕਰੀ ਦਾ ਦੁੱਧ ਤੇ ਗਿਲਹਰੀ ਦੇ ਲਿਆਏ ਹੇਜ਼ਲਨਟਸ ਬੁੱਢੀ ਔਰਤ ਦੀ ਟੋਕਰੀ ਤੋਂ ਲਏ ਤੇ ਆਪਣੇ ਪਿਤਾ ਜੀ ਦੇ ਲਈ ਇੱਕ ਸਿਹਤਮੰਦ ਸ਼ੇਕ ਤਿਆਰ ਕੀਤਾ
ਜਦ ਉਸਦੇ ਪਿਤਾ ਜੀ ਨੇ ਇਹ ਸ਼ੇਕ ਪੀਤਾ ਤਾਂ ਉਹ ਫਿਰ ਤੋਂ ਤੰਦਰੁਸਤ ਹੋ ਗਏ। ਧੰਨਵਾਦ ਮੇਰੀ ਸੋਹਣੀ ਦਇਆਲੂ ਤੇ ਬਹਾਦਰ ਧੀ। ਬੜੂ ਬਹੁਤ ਖੁਸ਼ ਸੀ ਕਿ ਉਸਦੇ ਪਿਤਾ ਜੀ ਠੀਕ ਹੋ ਰਹੇ ਸੀ। ਜਦ ਉਸਨੂੰ ਅਹਿਸਾਸ ਹੋਇਆ ਕਿ ਹੁਣ ਉਸਨੂੰ ਉਸ ਬਕਸੇ ਦੀ ਲੋੜ ਨਹੀਂ ਤਾਂ ਉਸਨੇ ਉਸਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਜਿਵੇਂ ਹੀ ਚਲਾਕ ਵਪਾਰੀ ਨੇ ਉਹ ਬਕਸਾ ਵੇਖਿਆ, ਉਹ ਕੁੱਦ ਕੇ ਉਸ ਤੇ ਪਿਆ। ਵਾਹ ਜਾਦੂ ਦਾ ਡਿੱਬਾ, ਜਾਦੂ ਦਾ ਡਿੱਬਾ। ਹੁਣ ਮੈਂ ਹੋਰ ਵੀ ਅਮੀਰ ਬਣ ਜਾਵਾਂਗਾ। ਬੜੂ ਜੋ ਬਾਰੀ ਤੋਂ ਚਲਾਕ ਵਪਾਰੀ ਨੂੰ ਵੇਖ ਰਹੀ ਸੀ, ਉਸਨੂੰ ਉਸ ਤੇ ਹਾਸਾ ਆਇਆ ਕਿਉਂਕਿ ਉਹ ਹੁਣ ਜਾਣਦੀ ਸੀ ਕਿ ਅਸਲੀ ਜਾਦੂ ਡਿੱਬੇ ਵਿੱਚ ਨਹੀਂ, ਸਗੋਂ ਆਪਣੇ ਹੀ ਦਇਆਲੂ ਦਿਲਾਂ ਵਿੱਚ ਹੈ।